ਜਿਹੜੇ ਆਪਾਂ ਹੁਣ ਮੁੱਦੇ ਤੇ ਗੱਲ ਕਰਨੀ ਚਾਹੁੰਦੇ ਆ, ਪਰਸੋਂ DIG ਖੱਟੜਾ ਸਾਹਿਬ ਜਿਹੜੇ ਤਖਤ ਸਾਹਿਬ ਤੇ ਗਏ ਸੀ, ਜਥੇਦਾਰ ਹਰਪ੍ਰੀਤ ਸਿੰਘ ਨੇ ਉਹਨਾਂ ਨੂੰ ਬੁਲਾਇਆ ਸੀਗਾ ਤੇ ਉਹਨਾਂ ਨੇ ਤਖਤ ਸਾਹਿਬ ਦੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਬਹੁਤ ਵੱਡਾ ਜਿਹੜਾ ਕੁਫਰ ਤੋਲਿਆ, ਗੁਰੂ ਸਾਹਿਬ ਦੀ ਬੇਅਦਬੀ ਦੀ ਤੇ ਜਿਹੜੀ ਉਹਨਾਂ ਨੇ ਸਿਆਸਤ ਕੀਤੀ ਆ ਉਹਦੇ ਕੁਝ ਉਹਨਾਂ ਦੇ ਜਿਹੜੇ ਭੱਦੇ ਜਿਹੜੇ ਸਾਡੇ 'ਤੇ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕੀਤੀ, ਉਹਦਾ ਜਵਾਬ ਦੇਣ ਲਈ ਅੱਜ ਅਸੀਂ ਕੋਟਕਪੂਰਾ ਚੌਂਕ, ਬੱਤੀਆਂ ਵਾਲੇ ਚੌਂਕ 'ਚ ਜਿੱਥੇ 2015 ਨੂੰ ਧਰਨਾ ਲੱਗਿਆ ਸੀ ਉੱਥੇ ਪਹੁੰਚੇ ਹਾਂ। ਉਹਨਾਂ ਨੇ ਕਿਹਾ ਹੈ ਕਿ ਜਿਹੜੇ ਇੱਥੇ ਅੰਗ ਸੀਗੇ ਉਹਨਾਂ ਨੂੰ ਰੁਪਿੰਦਰ ਸਿੰਘ ਨੇਫੇ 'ਚ ਪਾ ਕੇ ਲੈ ਕੇ ਗਿਆ। ਮੈਂ ਜਥੇਦਾਰ ਹਰਪ੍ਰੀਤ ਸਿੰਘ ਨੂੰ ਬੇਨਤੀ ਕਰਦਾ, ਜੇ ਤੁਸੀਂ ਸੱਚੀ ਹੋਈ ਪੰਥ ਦੇ ਕੌਮ ਦੇ ਜਥੇਦਾਰ ਹੋ ਤਾਂ ਸਵੇਰੇ ਹੀ DIG ਖੱਟੜਾ ਨੂੰ ਬੁਲਾਓ ਤੇ ਮੈਨੂੰ ਬੁਲਾਓ। ਆਹੀ ਕੋਟਕਪੂਰਾ ਚੌਂਕ ਆ ਤੇ ਆਹ ਸਾਰੇ ਉਹੀ ਕੈਮਰੇ ਲੱਗੇ ਇੱਥੇ ਜਿਹਦੇ ਵਿੱਚ ਸਿੰਘਾਂ ਦੀਆਂ ਕਿਰਪਾਨਾਂ ਕੱਢਦਿਆਂ ਦੀਆਂ ਜਾਂ ਲੜਦਿਆਂ ਦੀਆਂ ਸਾਰੀਆਂ ਵੀਡੀਓ ਤੁਸੀਂ ਫੋਟੋਆਂ ਵਾਇਰਲ ਕੀਤੀਆਂ। ਉਸੇ ਦੇ ਵਿੱਚ ਹੀ ਜਿਹੜੇ ਉਹ ਗੁਰੂ ਸਾਹਿਬ ਦੇ ਅੰਗ ਇੱਥੋਂ ਗਏ ਆ, ਉਹ ਕੌਣ ਲੈ ਕੇ ਗਿਆ ਤੇ ਕਿਵੇਂ ਲੈ ਕੇ ਗਿਆ ਉਹਨੂੰ ਵੀ ਵਾਇਰਲ ਕਰੋ। ਉਹ ਵੀਡੀਓ ਲੈ ਕੇ ਖੱਟੜਾ ਸਾਹਿਬ ਤਖਤ ਸਾਹਿਬ ਤੇ ਪਹੁੰਚਣ ਤੇ ਮੈਂ ਵੀ ਉੱਥੇ ਪਹੁੰਚੂੰਗਾ। ਜਥੇਦਾਰ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਆ, ਬੇਅਦਬੀ ਦੇ ਨਾਂ ਤੇ ਸਿਆਸਤ ਨਾ ਹੋਵੇ। ਜਿਹੜਾ ਸਾਡੇ ਦੋਨਾਂ 'ਚੋਂ ਝੂਠਾ ਹੋਇਆ ਉਹਦਾ ਸਿਰ ਲਾ ਦਿੱਤਾ ਜਾਵੇ ਤਖਤ ਸਾਹਿਬ ਤੇ। ਬਸ ਜੇ ਤਾਂ ਖੱਟੜਾ ਸਾਹਿਬ ਝੂਠ ਬੋਲਦੇ ਹੋਏ ਤਾਂ ਖੱਟੜਾ ਸਾਹਿਬ ਦਾ ਸਿਰ ਲਾ ਦਿੱਤਾ ਜਾਵੇ। ਜੇ ਰੁਪਿੰਦਰ ਪੰਜਗਰੀ ਵਾਲਾ ਨੇਫੇ ਜੰਗ ਪਾ ਕੇ ਲੈ ਗਿਆ ਤੇ ਮੇਰਾ ਲਾ ਦਿੱਤਾ ਜਾਵੇ। ਮੈਂ ਸੰਗਤ ਦੇ ਹਾਜ਼ਰੀ ਵਿੱਚ, ਪੰਜ ਸਿੰਘਾਂ ਦੀ ਹਾਜ਼ਰੀ ਵਿੱਚ ਇਹ ਗੱਲ ਕਹਿਣਾ ਵੀ ਮੈਂ ਇਸ ਗੱਲ ਤੋਂ ਮੁਕਰਾਂਗਾ ਨਹੀਂ। ਉਹ ਤੁਹਾਡੇ ਤੇ ਕਿਉਂ ਇਲਜ਼ਾਮ ਲਗਾਉਣਾ? ਮੈਂ ਤੁਹਾਨੂੰ ਦੱਸਦਾ, ਪਹਿਲਾਂ ਮੇਰੀ ਸਾਰੀ ਬੇਨਤੀ ਸੁਣ ਲਓ। ਦੂਜੀ ਗੱਲ, ਉਹਨਾਂ ਨੇ ਅੱਗੇ ਜਿਹੜੀਆਂ ਗੱਲਾਂ ਕੀਤੀਆਂ ਵੀ ਪਾਲਕੀ 'ਚ ਨਹੀਂ ਲਿਆਏ, ਇਹ ਟਰਾਲੀ ਜੰਗ ਲੈ ਕੇ ਆਏ ਆ। ਪਹਿਲਾਂ ਸਟੇਟਮੈਂਟ ਦਿੰਦੇ ਵੀ ਟਰਾਲੀ ਜੰਗ ਲੈ ਕੇ ਆਏ ਆ। ਖਰੜਾ ਸਾਹਿਬ ਨੂੰ ਦੱਸ ਦਈਏ ਵੀ ਪਾਲਕੀ ਸਾਹਿਬ ਸੀਗੀ, ਐਂਟਰਟ੍ਰੈਕਟਰ ਦੇ ਮਗਰ ਪਾਲਕੀ ਸਾਹਿਬ ਸ਼ੋਭਤ ਸੀ, ਤੁਸੀਂ ਸਾਰੇ ਮੀਡੀਆ ਨੇ ਦੇਖਿਆ। ਦੂਜੀ ਗੱਲ, ਉਹ ਕਹਿੰਦੇ ਇੱਥੇ ਜਿਹੜੇ ਅੰਗ ਸੀਗੇ ਜਦੋਂ ਸਾਨੂੰ ਬਰਾਮਦ ਹੋਏ ਆ ਬਹੁਤ ਮਾੜੀ ਹਾਲਤ ਦੇ ਵਿੱਚ ਬਰਾਮਦ ਹੋਏ ਆ। ਬੇਅੰਤ ਸਿੰਘ ਆ ਕੋਟਕਪੂਰੇ ਤੋਂ ਸਿੰਘ, ਇਹਦੀ ਜ਼ਿੰਮੇਵਾਰੀ ਅਸੀਂ ਜਥੇਬੰਦੀਆਂ ਵੱਲੋਂ ਲਾਈ ਸੀਗੀ। ਸਾਡੀ ਗ੍ਰਿਫਤਾਰੀ ਹੋ ਗਈ ਸੀ ਉਦੋਂ ਮਧੋਟ ਥਾਣੇ ਵਿੱਚ। ਇੱਕ ਪਾਸੇ ਤਾਂ ਸਾਡੀ ਗ੍ਰਿਫਤਾਰੀ ਪਾਈ ਬੈਠੇ, ਇੱਕ ਪਾਸੇ ਸਾਨੂੰ ਦਿਖਾਈ ਜਾਂਦੇ ਵੀ ਇਹ ਅੰਗ ਨੇਫੇ 'ਚ ਪਾ ਕੇ ਲੈ ਗਏ। ਉਸੇ ਟਾਈਮ ਦੋ ਕੰਮ ਕਿਵੇਂ ਹੋਣਗੇ? ਬੇਅੰਤ ਸਿੰਘ ਤੇ ਬਲਰਾਜ ਸਿੰਘ ਰੋੜਾਂ ਵਾਲੀ ਇਹ ਸਿੰਘ ਲੈ ਕੇ ਗਏ ਆ। ਇਹ ਸਿੰਘ ਦੇ ਘਰੇ ਜਿਹੜੇ ਅੰਗ ਸੁਸ਼ੋਭਿਤ ਸੀ, ਤੁਸੀਂ ਸਾਰਾ ਮੀਡੀਆ ਜਦੋਂ ਅੰਗ ਲੈ ਕੇ ਆਏ ਆ ਉਹ ਨਾਲ ਗਿਆ। ਅੱਜ ਸਾਰੀਆਂ ਫੋਟੋਆਂ ਵੀ ਉਹ ਵਾਇਰਲ ਹੋ ਰਹੀਆਂ ਜਦੋਂ ਇਹਦੇ ਸਿੰਘ ਦੇ ਘਰੋਂ ਜਾ ਕੇ ਲੈ ਕੇ ਆਏ ਆ। ਗੁਰੂ ਸਾਹਿਬ ਦੇ ਜਿਵੇਂ ਆਪਾਂ ਇੱਕ ਬਣਾ ਲੈਂਦੇ ਬਾਰੀ, ਇੱਕ ਬਾਰੀ ਸੀਗੀ ਉਹਦੇ ਵਿੱਚ ਗੁੜਕਾ ਸਾਹਿਬ ਸੀ ਤੇ ਧਾਰਮਿਕ ਲਿਟਰੇਚਰ ਸੀ, ਉੱਥੇ ਅੰਗ ਪਏ ਸੀ। ਇਹਨਾਂ ਸਿੰਘ ਦੇ ਘਰੋਂ ਲੈ ਕੇ ਆਏ, ਇਹਦੇ ਘਰੋਂ ਲੈ ਕੇ ਗਏ ਤੇ ਇਹੀ ਲੈ ਕੇ ਗਿਆ। ਮੈਂ ਸੰਗਤ ਨੂੰ ਕਲੀਅਰ ਕਰਦਾ, ਜਿਹੜੀ ਸਾਡੀ ਆਡੀਓ ਵਾਇਰਲ ਕੀਤੀ ਸੀ ਇਹਨਾਂ ਨੇ ਉਹਦੇ ਵਿੱਚ ਅਸੀਂ ਅੰਗਾਂ ਦੀ ਗੱਲ ਕਰਦੇ ਹਾਂ। ਉਹ ਤਾਂ ਕਰਦੇ ਹਾਂ ਕਿ ਇਹ ਸਿੰਘ ਨਾ ਜ਼ਿੰਮੇਵਾਰੀ ਅਸੀਂ ਦਿੱਤੀ ਸੀਗੀ ਵੀ ਗੁਰੂ ਸਾਹਿਬ ਦੇ ਅੰਗ ਦੀ ਸੇਵਾ ਸੰਭਾਲ ਤੁਸੀਂ ਕਰ ਲਿਓ, ਕਿਉਂਕਿ ਪੁਲਿਸ ਨਾਲ ਜਦੋਂ ਲੜਾਈ ਹੋ ਜਾਣੀ ਹੈ, ਗੰਦੇ ਪਾਣੀ ਦੀਆਂ ਵਿਛਾੜਾਂ ਵੀ ਆਉਣੀਆਂ, ਡਾਂਗਾ ਗੋਲੀਆਂ ਤੇ ਆਈਆਂ ਵੀ ਆ, ਸਾਰਾ ਕੁਛ ਆਪਾਂ ਦੇਖੀਏ ਮੀਡੀਆ ਦੇ ਵਿੱਚ। ਇਹ ਸਿੰਘ ਨੇ ਸੇਵਾ ਨਿਭਾਈ ਸੀ, ਅਸੀਂ ਤਾਂ ਇਕੱਲੀ ਸੇਵਾ ਲਾਈ ਸੀ। ਉਹਦੇ ਬਾਰੇ ਗੱਲ ਕਰਦੇ ਸੀ ਜਦੋਂ ਸਾਨੂੰ ਪੁਲਿਸ ਨੇ ਚੱਕਿਆ ਵੀ ਤੁਸੀਂ ਅੰਗਾਂ ਦੇ ਬਾਰੇ ਗੱਲ ਕਰਦੇ ਸੀ। ਇਹ ਸਿੰਘ ਮੇਰੇ ਕੋਲੇ ਵੀ ਗਏ ਮਿਲਣ ਵਾਸਤੇ ਵੀ ਸਾਡੇ ਤੋਂ ਪੁਲਿਸ ਅੰਗ ਮੰਗਦੀ ਆ ਵੀ। ਫਿਰ ਮੈਂ ਇਹਨਾਂ ਨੂੰ ਬੇਨਤੀ ਕੀਤੀ ਵੀ ਜਿਹੜੇ ਪ੍ਰਚਾਰਕ ਜ਼ਿੰਮੇਵਾਰ ਬੰਦੇ ਆ ਆਪਾਂ ਉਹਨਾਂ ਦੇ ਰਾਹੀਂ ਅੰਗ ਦੇਣੇ ਆ, ਜਿੰਨਾ ਚਿਰ ਉਹ ਕਹਿੰਦੇ ਨੇ ਉਹਨਾਂ ਚਿਰ ਆਪਾਂ ਨਹੀਂ ਦੇਣੇ। ਚਲੋ ਪ੍ਰਚਾਰਕ ਨਾਲ ਵੀ ਗਏ, ਸਾਰਾ ਮੀਡੀਆ ਗਿਆ ਤੇ ਪੁਲਿਸ ਨੂੰ ਅੰਗ ਦੇ ਦਿੱਤੇ ਗਏ ਸੀਗੇ। ਹਾਂਜੀ, ਹੁਣ ਤੁਸੀਂ ਸਵਾਲ ਕਰੋ। ਤੁਹਾਡੇ ਤੇ ਇਲਜ਼ਾਮ ਕਿਉਂ ਲਗਾਉਣਗੇ ਜੋ ਸਭ ਕੁਝ ਸਹੀ ਚੱਲ ਰਿਹਾ ਸੀ? ਇਸ ਵਕਤ ਜਾਂਚ ਚੱਲ ਰਹੀ ਹੈ, ਡੇਰਾ ਪ੍ਰੇਮੀ ਲਗਾਤਾਰ ਗ੍ਰਿਫਤਾਰ ਨਹੀਂ ਹੋ ਜੇ। ਸਭ ਤੋਂ ਵੱਡੀ ਗੱਲ ਇਹ ਹੈਰਾਨੀ ਦੀ ਗੱਲ ਹੈ ਨਾ, ਇੱਕ ਪਾਸੇ ਉਸੇ ਸਪੀਚ ਦੇ ਵਿੱਚ ਉਹ ਕਹਿ ਰਹੇ ਆ ਵੀ ਡੇਰਾ ਪ੍ਰੇਮੀਆਂ ਨੇ ਬੇਅਦਬੀ ਕੀਤੀ ਆ, ਆਏ ਬੇਅਦਬੀ ਕੀਤੀ ਆ, ਇੱਦਾਂ ਲੈ ਕੇ ਗਏ ਆ। ਸਾਰੀ ਸਟੋਰੀ ਉਹਨਾਂ ਨੇ, ਸਾਰੀ ਗੱਲਬਾਤ ਜਿਹੜੀ ਸੰਗਤ ਦੇ ਸਾਹਮਣੇ ਰੱਖੀ ਉਹਨਾਂ ਨੇ, ਜਿਹੜੀ ਉਹਨਾਂ ਨੇ ਜਾਂਚ ਕੀਤੀ ਆ। ਨਾਲ ਕਿਉਂ ਕਰ ਰਹੇ ਆ? ਕਿਉਂਕਿ ਜਿਹੜੀ ਪੰਥਕ ਸੋਚ ਦੇ ਸਾਰੇ ਬੰਦੇ ਉਹ ਬਾਦਲ ਕਹਿੰਦੇ ਉਲਟਾ, ਇਹਦੇ ਵਿੱਚ ਕੋਈ ਦੋ ਰਹਿ ਨਹੀਂ। ਹੁਣ ਉਹਨਾਂ ਨੂੰ ਪ੍ਰੇਮੀ ਵੀ ਉਹਨਾਂ ਨਾਲੋਂ ਗੱਠ ਜੜ ਤੋੜ ਗਏ ਆ ਬਾਦਲ ਕਿਆਂ ਨਾਲੋਂ। ਅੱਛਾ, 2018 ਦੇ ਵਿੱਚ ਜਿਹੜੀ ਸਾਰੀ ਇਹ ਜਾਂਚ ਹੋਈ ਆ, ਖਰੜਾ ਸਾਹਿਬ ਨੇ ਉਦੋਂ ਉਹਨਾਂ ਨੂੰ ਦੋਸ਼ੀ ਪਾਇਆ ਤੇ 2018 ਤੋਂ ਲੈ ਕੇ 3 ਸਾਲ ਤੱਕ ਕਿਉਂ ਨਹੀਂ ਬੋਲੇ ਉਹ? ਅੱਜ ਜਦੋਂ ਸਰਸੇ ਵਾਲਿਆਂ ਨਾਲੋਂ ਗੱਠ ਜੋੜ ਟੁੱਟ ਗਿਆ ਬਾਦਲ ਕਿਆਂ ਦਾ ਤੇ ਅੱਜ ਸਰਸੇ ਵਾਲਿਆਂ ਦੇ ਖਿਲਾਫ ਉਹ ਬੋਲਣ ਲੱਗ ਗਏ। ਜਿਹੜੇ ਅਸੀਂ ਪੰਥਕ ਲੋਕ ਆ, ਅਸੀਂ ਬਾਦਲ ਕਿਆਂ ਦੇ ਵਿਰੁੱਧ ਆ, ਅੱਜ ਸਾਡੇ ਖਿਲਾਫ ਬੋਲਣ ਲੱਗ ਗਏ ਕਿਉਂਕਿ ਇਲੈਕਸ਼ਨ ਆ ਗਿਆ, ਅਗਲੇ ਸਾਲ ਇਲੈਕਸ਼ਨ ਆ। ਤੇ ਖਰੜਾ ਸਾਹਿਬ ਦਾ ਆਪਦਾ ਬੇਟਾ ਅਕਾਲੀ ਦਲ ਪਟਿਆਲਾ ਤੋਂ ਦਿਹਾਤੀ ਤੋਂ ਇਲੈਕਸ਼ਨ ਲੜਦਾ, ਜਮ ਇਲੈਕਸ਼ਨ ਲੜੇ, ਸਾਨੂੰ ਕੋਈ ਇਤਰਾਜ਼ ਨਹੀਂ। ਘੱਟੋ ਘੱਟ ਖਰੜਾ ਸਾਹਿਬ ਨੂੰ ਸ਼ਰਮ ਮੰਨਣੀ ਚਾਹੀਦੀ ਆ ਜੇ ਉਹ ਆਦੇ ਅਸਲ ਪਿਓ ਦੀ ਲਾਦ ਆ। ਮੈਂ ਸਖਤ ਸ਼ਬਦਾਂ 'ਚ ਕਹਿਣਾ ਕਿਉਂਕਿ ਇਲਜ਼ਾਮ ਕੋਈ ਛੋਟਾ ਨਹੀਂ ਇਹ। ਪਹਿਲਾਂ ਵੀ ਉਹਨਾਂ ਨੇ ਥੋੜ੍ਹੀਆਂ ਬਹੁਤੀਆਂ ਗੱਲਾਂ ਕੀਤੀਆਂ ਸੀ, ਨਹੀਂ ਬੋਲੇ ਵੀ। ਚਲੋ ਉਹਨਾਂ ਨੇ ਜਿਹੜੀ ਜਾਂਚ ਸਹੀ ਤਰੀਕੇ ਨਾਲ ਕਰਤੀ ਆ, ਉਹ ਵੀ ਕਦੋਂ ਕੀਤੀ? ਜਿੰਨਾ ਚਿਰ ਉਹਨਾਂ ਦੀ ਜ਼ਮੀਰ ਬਾਦਲਾਂ ਕੋਲੇ ਰਹੀ ਆ, ਬਾਦਲਾਂ ਦੀ ਸਰਕਾਰ ਰਹੀ ਆ, ਸਾਰੇ ਸਿੱਖ ਕੁੱਟੇ ਆ, ਤੁਹਾਨੂੰ ਸਾਰੇ ਮੀਡੀਆ ਨੂੰ ਪਤਾ। ਪਰ ਜਦੋਂ ਸਰਕਾਰ ਬਦਲਦੀ ਆ, ਉਹਨਾਂ ਤੇ ਦਬਾਅ ਬਣਦਾ, ਉਸੇ ਟਾਈਮ ਹੀ ਉਹ ਸੜਕ ਕਿਵੇਂ, ਉਹ ਰਾਹ ਕਿਵੇਂ ਪ੍ਰੇਮੀਆਂ ਦੇ ਘਰਾਂ ਨੂੰ ਜਾਂਦਾ ਤੇ ਡੇਰਿਆਂ ਨੂੰ ਜਾਂਦਾ।
ਫਿਰ ਖਰੜਾ ਸਾਹਿਬ ਹੁਣ ਉੱਥੇ ਗੱਲ ਕਰਦੇ ਆ ਵੀ ਜਿਹੜੀ ਨਵੀਂ ਸੈੱਟ ਆ ਉਹਨਾਂ ਨੇ ਉਹਦਾ ਜਾਂਚ ਚੋਂ ਨਾਂ ਕੱਢਤਾ ਡੇਰਾ ਮੁਖੀ ਦਾ। ਤੇ ਖਰੜਾ ਸਾਹਿਬ ਤੁਹਾਡੇ ਕੋਲੇ 3 ਸਾਲ ਜਾਂਚ ਰਹੀ ਆ, ਤੁਸੀਂ ਇਹ ਗੱਲ ਉੱਥੇ ਤਖਤ ਸਾਹਿਬ ਤੇ ਮੰਨੀ ਆ ਵੀ ਪ੍ਰੇਮੀਆਂ ਨੇ ਇਹ ਗੱਲ ਕਹੀ ਹੈ ਵੀ ਸਾਨੂੰ ਪਿਤਾ ਜੀ ਨੇ ਕਿਹਾ ਸੀਗਾ ਵੀ ਅਸੀਂ ਤਾਂ ਬੇਅਦਬੀ ਕੀਤੀ ਹੈ। ਜੇ ਤੁਹਾਨੂੰ ਪ੍ਰੇਮੀਆਂ ਨੇ ਇਹ ਗੱਲ ਕਹਿਤੀ ਵੀ ਸਾਨੂੰ ਪਿਤਾ ਜੀ ਨੇ ਕਿਹਾ ਸੀ, ਤੁਸੀਂ ਡੇਰਾ ਪ੍ਰੇਮੀ ਚੱਕਿਆ ਕਿਉਂ ਨਹੀਂ? ਰਿਮਾਂਡ ਤੇ ਕਿਉਂ ਨਹੀਂ ਲਿਆਂਦਾ? ਉਹਦੇ ਚੱਡੇ ਕਿਉਂ ਨਹੀਂ ਪਾੜੇ? ਕਿਉਂ ਨਹੀਂ ਪਾੜੇ? ਕਿਉਂਕਿ ਉਹਨੇ ਸੁਖਬੀਰ ਬਾਦਲ ਦਾ ਨਾਂ ਲੈਣਾ ਸੀ, ਜਿਨ੍ਹਾਂ ਨੇ ਬੇਅਦਬੀ ਕਰਾਈ ਆ, ਸਰਸੇਲ ਨੂੰ ਸ਼ਹਿ ਦਿੱਤੀ ਆ। ਪੋਸਟਾਂ ਇਹਨਾਂ ਦੇ ਰਾਜ 'ਚ, ਬਾਦਲਾਂ ਦੇ ਰਾਜ 'ਚ ਇਨਸਾਫ ਕਿੱਥੋਂ ਮਿਲਣਾ ਸੀ? 2011 ਦੇ ਵਿੱਚ ਮਹਿੰਦਰਪਾਲ ਬਿੱਟੂ ਵਰਗਿਆਂ ਨੇ ਬੱਸਾਂ ਭੰਨੀਆਂ, ਸਾੜ ਫੂਕ ਕੀਤੀ ਆ। ਉਹਦਾ 2011 ਦਾ ਜਿਹੜਾ ਪਰਚਾ 2018 'ਚ ਆ ਕੇ ਹੁਣ ਇਸੇ ਬੇਅਦਬੀ ਦੇ ਨਾਲ ਜੁੜਿਆ ਕਿ ਹੁਣ ਉਹ ਨਾਮਜ਼ਦ ਹੋਇਆ 2011 ਵਾਲੇ 'ਚ। ਇੱਕ ਬੱਸ ਭੰਨੀ ਸ਼ਰੇਆਮ, ਉਹਦਾ ਤਾਂ ਪਰਚਾ ਬਦਲ ਕੇ ਤਾਂ ਦਿੱਤਾ ਨਹੀਂ ਗਿਆ ਡੇਰਾ ਪ੍ਰੇਮੀਆਂ ਤੇ। ਕੀ ਉਹ ਬੇਅਦਬੀ ਵਾਲਾ ਪਰਚਾ ਦੇ ਦਿੰਦੇ? ਕਿਉਂਕਿ ਉਹਨਾਂ ਨੂੰ ਵੋਟ ਬੈਂਕ ਦੀ ਤੇ ਪੈਸੇ ਦੀ ਭੁੱਖ ਸੀ ਬਾਦਲਾਂ ਨੂੰ। ਸਤਾ ਦੇ ਨਸ਼ੇ ਦੇ ਵਿੱਚ ਗੁਰੂ ਸਾਹਿਬ ਦੀ ਉਹਨਾਂ ਨੇ ਬੇਅਦਬੀ ਕਰਾਈ ਹੈ। ਤੇ ਮੈਂ ਖਰੜਾ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਘੱਟੋ ਘੱਟ ਤਖਤ ਸਾਹਿਬ ਦੀ ਮਾਣ ਮਰਿਆਦਾ ਦੀ ਤੇ ਗੁਰੂ ਦੀ ਬੇਅਦਬੀ ਤੇ ਇਨਸਾਫ ਨਾ ਕਰੋ। ਮਹਾਰਾਜ ਨੇ ਤੁਹਾਨੂੰ ਕਿਤੇ ਢੋਈ ਨਹੀਂ ਦੇਣੀ। ਜਿਹੜੇ ਸੱਟਾਂ ਦੇ ਇਲਜ਼ਾਮ ਲਾਏ ਕਿ ਸੱਟਾਂ ਦਾ ਬਾਨਾ ਮਾਰਿਆ ਉਹਨਾਂ ਨੇ। ਜੇ ਮੇਰੇ ਸੱਟਾਂ ਨਹੀਂ ਲੱਗੀਆਂ ਸੀ ਤੇ ਮੈਨੂੰ PGI ਲੈ ਕੇ ਕਾਹਤੋਂ ਫਿਰਦੇ ਰਹੇ? ਮੈਨੂੰ ਕਿਉਂ ਦਾਖਲ ਕਰਾ ਕੇ ਰੱਖਿਆ ਇਹਨਾਂ ਨੇ? ਉੱਥੇ ਡਾਕਟਰਾਂ ਤੋਂ ਰਿਪੋਰਟਾਂ ਲੈ ਕੇ ਦੇ ਦਿੰਦੇ, ਮੈਨੂੰ ਰਿਪੋਰਟਾਂ ਵੀ ਨਹੀਂ ਦਿੱਤੀਆਂ। ਉੱਥੇ ਕੱਢ ਦਿੰਦੇ ਰਿਪੋਰਟਾਂ ਵੀ ਇਹਦੇ ਤਾਂ ਕੋਈ ਸੱਟ ਨਹੀਂ ਵੱਜੀ, ਮੈਨੂੰ ਤੋਰ ਕੇ ਲਿਆਉਂਦੇ ਹਸਪਤਾਲ ਤੋਂ ਜੇ ਪਿਓ ਦੇ ਸੀ ਤਾਂ। ਅੱਜ 6 ਸਾਲਾਂ ਬਾਅਦ ਗੱਲ ਕਰਦੇ ਆ ਇਹ, ਉਦੋਂ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ। ਸਰ ਉਦੋਂ ਇੱਕ ਤੁਹਾਡਾ ਨਾਰਕੋ ਟੈਸਟ ਹੈ, ਮੈਂ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਜਾਣ ਕੇ ਗੱਲ ਕਰ ਰਹੇ ਹਾਂ, ਔਰ ਨਾਲ ਹੀ ਉਹਨਾਂ ਨੇ ਕਿਹਾ ਕਿ 63 ਨੰਬਰ ਜਿਹੜਾ ਮੈਂ ਚਲਾਨ ਪੇਸ਼ ਕੀਤਾ ਇਹ ਸਾਰਾ ਕੁਝ ਉਹਦੇ ਵਿੱਚ ਦਰਜ ਹੈ, ਅਦਾਲਤ ਦੇ ਵਿੱਚ ਪਿਆ ਹੈ, ਜਿਹੜੀ ਮੈਂ ਗੱਲ ਅੱਜ ਕਰ ਰਿਹਾ। ਬਿਲਕੁਲ ਉਹਨਾਂ ਨੇ ਪ੍ਰੇਮੀ ਵਾਲੀ ਗੱਲ ਕਹੀ ਹੈ ਵੀ ਸਾਰੀ 63 ਨੰਬਰ ਦੇ ਵਿੱਚ ਦਰਜ ਆ। ਤੇ ਉਦੋਂ ਆਹ ਗੱਲ ਕਾਹਤੋਂ ਨਹੀਂ ਦਰਜ ਕਰਾਈ ਵੀ ਨੇਫੇ 'ਚ ਅੰਗ ਪਾ ਕੇ ਲੈ ਗਏ ਆ ਜਾਂ ਬੇਅੰਤ ਸਿੰਘ ਦੇ ਘਰੋਂ ਮਾੜੇ ਹਾਲਾਤਾਂ 'ਚੋਂ ਅੰਗ ਮਿਲੇ, ਉਹਦੇ ਕਾਹਤੋਂ ਨਹੀਂ ਪਾਈ? ਅੱਜ ਜਦੋਂ 6 ਸਾਲਾਂ ਬਾਅਦ ਇਲੈਕਸ਼ਨ ਮੂਹਰੇ ਆ ਗਏ ਆ, ਆਪਦੇ ਮੁੰਡੇ ਨੂੰ ਟਿਕਟ ਦਿਵਾਉਣੀ ਆ, ਅਕਾਲੀ ਦਲ ਵੱਲੋਂ ਟਿਕਟ ਲੜਨੀ ਆ, ਅੱਜ ਯਾਦ ਆ ਗਿਆ। ਫਿਰ ਉਸ ਤੋਂ ਬਾਅਦ ਅਗਲੇ 2 ਨਾਮ ਲਏ ਉਹਨਾਂ ਨੇ, ਬਾਬਾ ਚਮਕੌਰ ਸਿੰਘ ਭਾਈ ਰੂਪਾ ਆ ਸਾਡੇ ਵਿੱਚ ਖੜੇ ਨੇ ਅੱਜ ਵਿਰਾਜਮਾਨ ਨੇ। ਮਤਲਬ ਮੈਨੂੰ ਇਹ ਗੱਲ ਦੱਸੋ ਵੀ ਜਿਹੜੇ ਪੰਥਕ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਧਰਮ ਲਈ ਦਿਨ ਪਰ ਰਾਤ ਪ੍ਰਚਾਰ ਲਈ ਇੱਕ ਕੀਤਾ, ਉਹੀ ਦੋਸ਼ੀ ਦਿਖਦੇ ਆ। ਇਹ ਵੀ ਬਾਦਲ ਕਹਿੰਦੇ ਸਾਰੇ ਪੰਥਕ ਲੋਕ ਐਂਟੀ ਆ, ਤੇ ਇਹਨਾਂ ਨੂੰ ਵੀ ਕਿਹਾ ਗਿਆ ਵੀ ਇਹ ਵੀ ਇਹਨਾਂ ਨੇ ਵੀ ਐਂ ਕੀਤਾ, ਇਹਨਾਂ ਤੇ ਵੀ ਇਲਜ਼ਾਮ ਲਾਏ ਉਹਨਾਂ ਨੇ ਤਖਤ ਸਾਹਿਬ ਤੇ ਖੜ ਕੇ। ਬਾਦਲ ਕਿਆਂ ਬਾਰੇ ਇੱਕ ਸ਼ਬਦ ਬੋਲਿਆ ਖੱਟੜਾ? ਦੱਸੋ ਮੈਨੂੰ। ਸ਼ੁਰੂਆਤ ਕਿੱਥੋਂ ਹੁੰਦੀ ਆ? ਸਾਡੇ ਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ। ਸਰਸੇ ਵਾਲਿਆਂ ਨੇ ਜਦੋਂ ਚੱਲੀ ਆ ਸਾਡੇ ਸਿੱਖ ਸ਼ਹੀਦ ਹੋਏ ਆ ਉਦੋਂ, ਜਦੋਂ ਸਰਸੇ ਵਾਲਿਆਂ ਨਾਲ ਲੜਾਈ ਚੱਲੀ ਹੈ। ਸਾੜ ਫੂਕ ਕਰਦੇ ਆ, ਉਹਨਾਂ ਦੀਆਂ ਫਿਲਮਾਂ ਲੱਗਦੀਆਂ, ਪੋਸਟਰਾਂ ਦੀ ਰਾਖੀ ਕੌਣ ਕਰਾ ਰਿਹਾ? ਬਾਦਲ ਕਰਾ ਰਿਹਾ। ਜਥੇਦਾਰ ਜੀ ਜੜ ਕੌਣ ਆ ਇਸ ਫਸਾਦ ਦੀ ਬੇਅਦਬੀ ਤੱਕ ਪਹੁੰਚਣ ਦੀ, ਸ਼ਹਿ ਦੇਣ ਤੱਕ, ਗੁੰਡਾਗਰਦੀ ਕਰਨ ਤੱਕ, ਸ਼ਹਿ ਦੇਣ ਤੱਕ? ਸ਼ਹਿ ਕਿਹਦੀ ਆ? ਬਾਦਲਾਂ ਦੀ ਆ। ਤੇ ਤੁਸੀਂ ਬਾਦਲਾਂ ਤੇ ਕਿਉਂ ਨਹੀਂ ਕਾਰਵਾਈ ਕਰਦੇ? ਸੱਦੋ ਬਾਦਲਾਂ ਨੂੰ, ਛੇਕੋ ਪੰਥ ਚੋਂ ਇਹਨਾਂ ਨੂੰ, ਜਿਨ੍ਹਾਂ ਨੇ ਨੁਕਸਾਨ ਕੀਤਾ ਪੰਥ ਦਾ। ਛੇਕੋ ਉਹਨਾਂ ਨੂੰ। ਪੋਸ਼ਾਕਾਂ ਕਿਹਨੇ ਦਿੱਤੀਆਂ? ਸੁਖਬੀਰ ਬਾਦਲ ਵਰਗਿਆਂ ਨੇ ਦਿੱਤੀਆਂ। ਉਹਨਾਂ ਦੇ ਪਰਚੇ ਵਾਪਸ ਕਿਹਨੇ ਲਏ? ਸੁਖਬੀਰ ਬਾਦਲ ਵਰਗਿਆਂ ਨੇ ਲਏ। ਤੁਸੀਂ ਉਹਨਾਂ ਨੂੰ ਛੇਕੋ, ਉਹਨਾਂ ਨੂੰ ਸੱਦੋ ਉੱਥੇ। ਜੇ ਤਾਂ ਤੁਸੀਂ ਪੰਥ ਦੇ ਜਥੇਦਾਰਾਂ ਤਾਂ ਉਹਨਾਂ ਨੂੰ ਛੇਕੋ, ਠੋਕੋ ਉਹਨਾਂ ਨੂੰ ਵੀ ਨਾਲ, ਪਤਾ ਲੱਗੇ ਵੀ ਕੋਈ ਗੁਨਾਹ ਕਿਵੇਂ ਕਰੀਦਾ। ਜੇ ਖਰੜਾ ਝੂਠ ਬੋਲਿਆ ਉੱਥੇ ਕੁਫਰ ਤੋਲਿਆ, ਉਹਦਾ ਵੀ ਗਲਮਾ ਲਾਓ, ਛੇਕੋ ਪੰਥ ਚੋਂ ਉਹਨੂੰ ਵੀ। ਰਵਿੰਦਰ ਜੀ ਤੁਹਾਡਾ ਜਿਹੜਾ ਹੈਗਾ SIT ਨੇ ਜਾਂ ਪੰਜਾਬ ਪੁਲਿਸ ਨੇ ਨਾਰਕੋ ਟੈਸਟ ਕਰਾਉਣ ਦੀ ਗੱਲ ਕਹੀ ਸੀ ਤੇ ਤੁਹਾਡੇ ਵੱਲੋਂ ਉਹਨੂੰ ਡਿਕਲਾਈਨ ਕਰ ਦਿੱਤਾ ਗਿਆ ਸੀ। ਮੈਨੂੰ ਇੱਕ ਵੀ ਸਬੂਤ ਦੇ ਦਿਓ ਜਿੱਥੇ ਰੁਪਿੰਦਰ ਸਿੰਘ ਜਸਵਿੰਦਰ ਸਿੰਘ ਨੇ ਕਿਹਾ ਹੋਵੇ ਮੈਂ ਟੈਸਟ ਨਹੀਂ ਕਰਾਉਣਾ। ਮੈਨੂੰ CBI ਨੇ ਦਿੱਲੀ ਸੱਦਿਆ ਸੀਗਾ। ਇਹ ਗੱਲਾਂ ਇਹਨਾਂ ਦੀਆਂ ਬਾਦਲਾਂ ਦੀਆਂ ਭੇਡਾਂ ਦੀਆਂ ਹੀ ਆ ਜਿਹੜੀਆਂ ਸੋਸ਼ਲ ਮੀਡੀਆ ਤੇ ਚਲਾਈਆਂ ਰਹੀਆਂ। CBI ਕੋਲੇ ਮੇਰੇ ਕੋਲ ਟਿਕਟਾਂ ਤੱਕ ਪਈਆਂ, ਉਹਨਾਂ ਦੇ ਰਿਕਾਰਡ ਤੱਕ ਪਏ ਆ। ਮੈਂ 3 ਦਿਨ ਦਿੱਲੀ CBI ਕੋਲੇ ਰਿਹਾ, ਮੈਨੂੰ ਸੱਦਿਆ ਸੀ ਉਹਨਾਂ ਨੇ ਚਲੋ ਪੁੱਛਗਿੱਛ ਕੀਤੀ, ਆਪਦੇ ਤਰੀਕੇ ਨਾਲ ਸਾਰੀ ਇਨਵੈਸਟੀਗੇਸ਼ਨ ਕੀਤੀ, ਵੱਡੇ ਅਫਸਰ ਸੱਦੇ, ਪਰ ਉਹਨਾਂ ਨੇ ਸਾਡਾ ਟੈਸਟ ਨਹੀਂ ਕਰਾਇਆ। CBI ਨੂੰ ਪੁੱਛੋ, ਅਸੀਂ ਤਾਂ ਗਏ ਸੀ ਨਾ। ਕੋਈ ਬਿਲਕੁਲ। ਮੈਂ ਇੱਥੇ ਕੋਟਕਪੂਰੇ ਚੌਂਕ 'ਚ ਚੈਲੰਜ ਕਰਦਾ, ਖੱਟੜੇ ਨੂੰ ਵੀ ਲਿਆਓ ਤੇ ਸੁਖਬੀਰ ਬਾਦਲ ਸੁੱਖੇ ਨੂੰ ਵੀ ਲਿਆਓ ਜਿਹਨੇ ਬੇਅਦਬੀ ਕਰਾਈ ਆ, ਤੇ ਸਰਸੇ ਨੂੰ ਲਿਆਓ, ਤੇ ਮੈਂ ਵੀ ਇੱਥੇ ਚੌਂਕ 'ਚ ਬਹਿ ਕੇ ਸਾਰੇ ਟੈਸਟ ਦੇਵਾਂਗਾ। ਜਿੰਨੇ ਇੱਕ ਨਹੀਂ 10 ਟੈਸਟ ਕਰਾਓ, ਫੜੋ, ਰੱਖੋ ਇੱਥੇ ਮਸ਼ੀਨਾਂ ਝੂਠ ਸੱਚ ਫੜਨ ਵਾਲੀਆਂ, ਪਤਾ ਲੱਗੇ ਵੀ ਬੇਅਦਬੀ ਕਿਹਨੇ ਕਰਾਈ ਆ, ਪੈਸੇ ਕਿਹਨੇ ਖਾਦੇ, ਤੇ ਸਰਸੇ ਨੂੰ ਸ਼ਹਿ ਕਿਹਨੇ ਦਿੱਤੀ ਆ। ਐਸੇ ਮਹਿੰਦਰਪਾਲ ਬਿੱਟੂ ਵਰਗਿਆਂ ਦੇ ਅਸਲੇ ਦੇ ਲਾਇਸੈਂਸ ਬਣਾ ਬਾਦਲਾਂ ਨੇ ਦਿੱਤੇ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ। ਉਦੋਂ ਕਿੱਥੇ ਸੀ? ਸਿੱਖਾਂ ਦੇ ਚੱਡੇ ਪਾੜੇ ਆ ਜਿੰਨਾ ਚਿਰ ਬਾਦਲਾਂ ਦੀ ਸਰਕਾਰ ਰਹੀ ਹੈ। ਹੁਣ ਕਿਵੇਂ ਦੋਸ਼ੀ ਲੱਭ ਗਏ? ਹੁਣ ਉਹੀ ਖੱਟੜਾ ਜਿਹੜਾ ਸਾਨੂੰ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਹੀ ਖੱਟੜਾ ਉਸੇ ਤਖਤ ਸਾਹਿਬ ਤੇ ਇਹ ਗੱਲ ਤਾਂ ਮੰਨ ਰਿਹਾ ਨਾ ਘੱਟੋ ਘੱਟ ਵੀ ਉਹ ਨਜਾਇਜ਼ ਸੀਗੇ। ਅਸੀਂ ਸ਼ੱਕ ਦੇ ਦਾਇਰੇ 'ਚ ਹੀ ਕੁੱਟੇ ਆ। ਜਿਹੜੀ ਉਹ ਉਧਰ ਜਾਂਚ, ਸਾਨੂੰ ਉਧਰ ਸਮਾਂ ਵੱਧ ਲੱਗ ਗਿਆ, ਉਹਨਾਂ ਤੇ ਸ਼ੱਕ ਦੇ ਦਾਇਰੇ 'ਚ ਵੱਧ ਲੱਗ ਗਿਆ ਵੀ ਅਸਲ ਦੋਸ਼ੀ ਪ੍ਰੇਮੀ ਸੀ। ਅਸੀਂ ਉਹਨਾਂ ਨੂੰ ਫੜਿਆ, ਉਹਨਾਂ ਤੇ ਚਲਾਨ ਦਿੱਤੇ, ਮੈਂ ਐਂ ਕੀਤਾ, ਮੈਂ ਜਿਉਂ ਕੀਤਾ। ਤੇ ਇਹੀ 2015 'ਚ ਸਾਨੂੰ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਖੱਟੜਾ ਬੋਲ ਰਿਹਾ ਕਿ ਮੈਂ ਬੜੇ ਬੁਰੇ ਹਾਲਾਤਾਂ 'ਚ ਲਿਆਂਦੇ ਅੰਗ ਮੈਂ ਦੁਹਰਾ ਨਹੀਂ ਸਕਦਾ। ਮੈਂ ਸਿੰਘ ਸਾਹਿਬ ਤੁਹਾਨੂੰ ਇਹ ਗੱਲ ਪਹਿਲਾਂ ਕਲੀਅਰ ਕਰਦਾ
ਵੀ ਉਹ ਅੰਗ ਲੈ ਕੇ ਬਲਰਾਜ ਸਿੰਘ ਤੇ ਬੇਅੰਤ ਸਿੰਘ ਗਏ ਸੀਗੇ। ਮੇਰੇ ਤਾਂ ਸਿਰਫ ਡਿਊਟੀ ਲਾਈ ਸੀਗੀ, ਜ਼ਿੰਮੇਵਾਰੀ ਸੀ ਮੇਰੀ ਸਿਰਫ। ਸੁਣੋ ਮੇਰੀ ਬੇਨਤੀ। ਦੂਜੀ ਗੱਲ, ਲੈ ਕੇ ਇਹ ਸਿੰਘ ਦੇ ਘਰੋਂ ਆਏ ਆ, ਇਹ ਸਿੰਘ ਨੂੰ ਇਹ ਆਪਣੇ ਦੇ ਮੂੰਹੋਂ ਦੱਸੋ ਵੀ ਕਿਹੜੇ ਹਾਲਾਤਾਂ 'ਚ ਸੀ ਜਾਂ ਕਿੱਥੇ ਸੀ। ਤੇ ਤੁਸੀਂ ਸਾਰੇ ਮੀਡੀਆ ਦੀਆਂ ਤੁਹਾਡੀਆਂ ਵੀਡੀਓ ਪਈਆਂ ਉੱਤੇ ਵਾਲੀਆਂ, ਜਿੱਥੋਂ ਤੁਸੀਂ ਅੰਗ ਇਹਨਾਂ ਦੇ ਘਰੋਂ ਲੈ ਕੇ ਆਏ, ਕਿੰਨੇ ਸਤਿਕਾਰ ਸਹਿਤ ਰੱਖੇ ਸੀ। ਇਹਦਾ ਜਵਾਬ ਭਾਈ ਬੇਅੰਤ ਸਿੰਘ ਦੇਣਗੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਪੁੱਛੋ ਜੀ। ਸਰ ਕੀ ਨਾਂ ਤੁਹਾਡਾ ਜੀ? ਬੇਅੰਤ ਸਿੰਘ ਜੀ। ਸਰ ਇਹ ਜੋ ਅੰਗ ਦੀ ਗੱਲ ਚੱਲ ਰਹੀ ਹੈ, ਕੀ ਸਾਰੀ ਇਹ ਤੁਹਾਡੇ ਘਰੋਂ ਬਰਾਮਦ ਹੋਈ ਸੀ? ਬਰਾਮਦ ਨਹੀਂ ਹੋਏ ਜੀ, ਪੁਲਿਸ ਨੂੰ ਸੌਂਪੇ ਗਏ ਸੀਗੇ। ਅੱਛਾ, ਤੁਸੀਂ ਸੌਂਪੇ ਸੀ? ਹਾਂਜੀ ਹਾਂ। ਉਹ ਕਹਿੰਦੇ ਬੜੇ ਬੁਰੇ ਹਾਲਾਤਾਂ 'ਚ ਅਸੀਂ ਪ੍ਰਾਪਤ ਕੀਤੇ। ਉਫਰ ਤੋਲੋ ਨੂੰ ਲੱਖ ਤੋਲੀ ਜਾਵੇ। ਕੋਈ ਬੰਦਾ ਜਿਹੜਾ ਬੰਦਾ ਆਪਣੇ ਆਪ ਨੂੰ ਅਧਰਮੀ ਖਵਾਉਂਦਾ, ਜਿਹਨੂੰ ਕੋਈ ਸਮਝ ਹੈ ਨਹੀਂ, ਉਹ ਬੰਦਾ ਵੀ ਏਡੀ ਵੱਡੀ ਬੇਕੂਫੀ ਨਹੀਂ ਕਰ ਸਕਦਾ ਜਿੱਡਾ ਕੁਫਰੇ ਤੋਲੀ ਜਾਂਦੇ ਆ। ਤੁਸੀਂ ਸਾਡੇ ਘਰ ਵਿੱਚ ਅਲਮਾਰੀ ਬਣੀ ਹੋਈ ਹੈ, ਧਾਰਮਿਕ ਗੁਟਕਾ ਸਾਹਿਬ ਰੱਖਣ ਦੀਆਂ ਸਪੈਸ਼ਲ ਅਲਮਾਰੀ ਬਣੀ ਹੋਈ ਹੈ। ਉਹਦੇ ਵਿੱਚ ਮੈਂ ਕੋਈ ਆਮ ਸਕੂਲ ਦਾ ਕਾਗਜ਼ ਵੀ ਨਹੀਂ ਰੱਖਦਾ। ਉਹਦੇ ਵਿੱਚ ਸਿਰਫ ਇੱਕ ਗੁਰਬਾਣੀ ਦੀਆਂ ਚੀਜ਼ਾਂ ਹੀ ਰੱਖੀਆਂ ਗਈਆਂ। ਉਹ 'ਚ ਗੁਰਬਾਣੀ ਦੇ ਗੁਟਕਾ ਸਾਹਿਬ ਰੱਖੇ ਗਏ ਨੇ। ਉਹਦੇ ਵਿੱਚ ਕਮਾਲ ਆ ਯਾਰ ਇਹਨਾਂ ਦੀ ਗੱਲ, ਜਿਹੜੀ ਗੱਲ ਕਰਦੇ ਕੋਈ ਤੋਕੀ ਹੈ ਨਹੀਂ ਉਹ ਗੱਲ ਦੀ ਯਾਰ। ਕਿੱਥੋਂ ਲੈ ਕੇ ਆਏ ਸੀ ਔਰ ਕਿਸ ਹਾਲਤ 'ਚ ਲੈ ਕੇ ਆਏ ਸੀ? ਇਹ ਚੌਂਕ ਦੇ ਵਿੱਚੋਂ ਭਾਈ ਬਲਰਾਜ ਸਿੰਘ ਨੇ ਇੱਥੋਂ ਆਪਣਾ ਅੰਗ ਲੈਤੇ ਆ ਪਾਲਕੀ ਸਾਹਿਬ ਦੇ ਵਿੱਚੋਂ। ਤੋਂ ਬਲਰਾਜ ਸਿੰਘ ਮੇਰੇ ਨਾਲ ਗਏ ਆ ਤੇ ਮੇਰੇ ਘਰ ਅਲਮਾਰੀ ਦੇ ਵਿੱਚ ਰੱਖੇ ਗਏ ਆ। ਜਿਹੜੇ ਅੰਗ ਮੇਰੇ ਇੱਥੋਂ ਸੌਂਪੇ ਗਏ ਆ ਪੁਲਿਸ ਨੂੰ, ਉਹ ਘੱਟੋ ਘੱਟ 300-400 ਬੰਦੇ ਦੇ ਇਕੱਠ ਵਿੱਚ ਸੌਂਪੇ ਗਏ ਆ। ਉਹਦੇ ਵਿੱਚ ਪੁਲਿਸ ਪ੍ਰਸ਼ਾਸਨ ਵੀ ਸਾਰਾ ਸੀ, ਉਹ 'ਚ ਮੀਡੀਆ ਵੀ ਸਾਰਾ ਸੀ, ਉਹ 'ਚ ਆਮ ਬੰਦੇ ਵੀ ਸੀ, ਉਹ 'ਚ ਸਰਪੰਚ ਪੰਚ ਵੀ ਸੀ, ਉਹ 'ਚ ਸਾਡੇ ਪ੍ਰਚਾਰਕ ਬੰਦੇ ਵੀ ਸੀ। ਕੀ ਗੱਲ ਸਾਰੇ ਝੂਠੇ ਹੋ ਗਏ, ਤੂੰ ਹੀ ਸੱਚੇ ਹੋ ਗਏ ਯਾਰ? ਕੋਈ ਗੱਲ ਕਰਨ ਲੱਗੇ ਮਾੜਾ ਸੋਚਦਾ ਰਿਹਾ ਕਰੋ, ਗੱਲ ਹੈ ਕਿਹੜੇ ਪਾਸੇ? ਮਾੜੀ ਮੋਟੀ ਤੇ ਗੱਲ ਤੋਰਿਆ ਕਰੋ। ਕੋਈ ਯਾਰ ਜਮਾਂ ਹੀ ਯਾਰ ਉਹ ਗੱਲ ਕਰਦੇ ਨੇ ਜਿਹੜੀ ਮਾੜੀ ਮੋਟੀ ਵੀ ਇੱਕ ਭੋਰਾ ਵੀ ਨਾ ਰੋੜੇ ਗੱਲ ਕੋਈ। ਕਿਉਂ ਕੁਫਰ ਤੋੜ ਰਹੇ ਹੋ? ਇਹ ਤਾਂ ਉਹਨਾਂ ਦਾ ਸਵਾਲ ਆਣਾ, ਕਿਉਂ ਖਬਰ ਤੋੜ ਰਿਹਾ ਉਹਨਾਂ ਨੂੰ ਪੁੱਛੋ। ਸਾਡੇ ਤੇ ਗਲਤ ਗੱਲ ਕਰਨ ਵਾਲੇ ਹੁੰਦਾ ਕੌਣ ਹੈ ਰੁਪਈਏ? ਮੈਂ ਤੁਹਾਨੂੰ ਇਸ ਗੱਲ ਦਾ ਜਵਾਬ ਦਿੰਦਾ ਵੀ ਉਹ ਕੁਫਰ ਕਿਉਂ ਤੋਲ ਰਹੇ ਆ। ਪਹਿਲਾਂ ਸੀਗੇ ਉਹ ਸੈੱਟ ਦੇ ਮੁਖੀ, ਹੁਣ ਹੋ ਗਿਆ ਉਹ ਬਾਦਲਾਂ ਦੇ ਚਮਚੇ, ਜਿਵੇਂ ਪੰਜਾਬੀ 'ਚ ਕਹਾਂ, ਕਿਉਂਕਿ ਮੁੰਡਾ ਉਹਨਾਂ ਦਾ ਅਕਾਲੀ ਦਲ ਵੱਲੋਂ ਟਿਕਟ ਲੜਦਾ ਤੇ ਉਹ ਬਾਦਲਾਂ ਦੇ ਪਾਰਟੀ ਦੇ ਵਰਕਰ ਐ ਇਸ ਵਕਤ ਸਿਰਫ। ਪਹਿਲਾਂ ਜਦੋਂ ਉਹ ਅਫਸਰ ਸੀਗੇ ਉਦੋਂ ਉਹਨਾਂ ਨੇ ਗੱਲਬਾਤ ਕੀਤੀ ਆ, ਜਾਂਚ ਨੂੰ ਲਿਆਂਦਾ ਸਾਹਮਣੇ ਤੇ ਪ੍ਰੇਮੀ ਫੜੇ ਵੀ ਆ। ਅੱਜ ਉਹ ਅਕਾਲੀ ਦਲ ਬਾਦਲ ਦੇ ਵਰਕਰ ਆ ਸਿਰਫ, ਇਸ ਤੋਂ ਬਾਅਦ ਉਹ ਕੁਝ ਨਹੀਂ ਗੇ। ਤੇ ਜੇ ਉਹ ਸੱਚ ਆ, ਜੇ ਜਾਂ ਤਾਂ ਖਟੜਾ ਸਾਹਿਬ ਇਸ ਚੀਜ਼ ਨੂੰ ਵੀਡੀਓ ਨੂੰ ਸਾਰੀ ਆ CCTV ਕੈਮਰੇ ਲਈ ਵਾਇਰਲ ਕਰਨ, ਨਹੀਂ ਮੈਂ ਸਰਕਾਰ ਤੋਂ ਲੈ ਕੇ ਇਸ ਚੀਜ਼ ਨੂੰ ਵਾਇਰਲ ਕਰੂੰਗਾ ਵੀ ਉਹ ਅੰਗ ਕੌਣ ਸਿੰਘ ਲੈ ਗਏ ਸੀ ਤੇ ਕਿਹੜੇ ਸਤਿਕਾਰ ਨਾਲ ਲੈ ਕੇ ਗਏ ਸੀਗੇ। ਜੇ ਰੁਪਿੰਦਰ ਸਿੰਘ ਉਦੋਂ ਹੱਥ ਵੀ ਲਾਏ ਹੋਏ ਤਾਂ ਮੈਂ ਇਸ ਗੱਲ ਦਾ ਦੇਣਦਾਰ ਆ। ਮੈਂ ਦੁਬਾਰਾ ਫਿਰ ਤੁਹਾਡੇ ਮੀਡੀਆ 'ਚ ਇਹ ਗੱਲ ਨੂੰ ਮੇਨ ਗੱਲ ਨੂੰ ਹੀ ਰੱਖਣਾ ਚਾਹੁੰਦਾ। ਬਾਕੀ ਛੋਟੇ ਬਹੁਤੇ ਜਿਹੜੇ ਪਰਸਨਲ ਇਲਜ਼ਾਮ ਆ ਉਹ ਤਾਂ ਲੱਗਦੇ ਰਹਿਣੇ, ਪਾਰਟੀਆਂ ਬਾਜ਼ੀਆਂ ਲਾਉਂਦੀਆਂ ਹੁੰਦੀਆਂ, ਅੱਗੇ ਇਲੈਕਸ਼ਨ ਆ ਗਏ, ਹੋਰ ਵੀ ਬਹੁਤ ਡੱਡੂ ਨਿਕਲਣਗੇ ਬਾਹਰ। ਪਰ ਜਿਹੜੀ ਆਹ ਵੱਡੀ ਗੱਲ ਕਹੀ ਆ ਤਖ਼ਤ ਸਾਹਿਬ ਦੇ ਉੱਤੇ ਕਹੀ ਆ, ਇਸ ਗੱਲ ਦਾ ਉਹ ਜਥੇਦਾਰ ਸਾਹਿਬ ਉਹਨਾਂ ਤੋਂ ਜਵਾਬ ਲੈਣ, ਮੈਨੂੰ ਵੀ ਸੱਦਣ ਤੇ ਉਹਨੂੰ ਵੀ ਸੱਦਣ ਤੇ ਸ੍ਰੀ ਸਾਹਿਬ ਨੰਗੀ ਹੋਵੇ। ਜੇ ਤਾਂ ਖਰੜਾ ਸਾਹਿਬ ਇਸ ਚੀਜ਼ ਦਾ ਸਬੂਤ ਦੇ ਦੇਣ, ਆਹ ਵੀਡੀਓ ਲੈ ਕੇ ਜਾਵੜਨ, ਆਹ ਵੀਡੀਓ ਦਾ ਸਬੂਤ। ਜੋ ਅੱਜ ਆਪਾਂ ਬੱਤੀਆਂ ਵਾਲੇ ਚੌਂਕ ਵਿੱਚ ਇਕੱਤਰ ਹੋਏ ਆ, ਇਹਦਾ ਵਿਸ਼ਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਜੋ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਖੇ ਪੰਥਕ ਜਥੇਬੰਦੀਆਂ ਦਾ ਇਕੱਠ ਹੋਇਆ ਜਥੇਦਾਰ ਭਾਈ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ, ਜਿਹਦੇ ਵਿੱਚ ਸਰਦਾਰ ਰਣਵੀਰ ਸਿੰਘ ਜੀ ਖੱਟੜਾ, ਜਿਹੜੇ ਉਸ ਵੇਲੇ ਦੇ ਜੋ ਕੋਟਕਪੂਰਾ ਕਾਂਡ ਦੀ ਜਾਂਚ ਹੋ ਰਹੀ ਸੀਗੀ, ਬਰਗਾੜੀ ਕਾਂਡ ਦੀ, ਬੇਅਦਬੀ ਕਾਂਡ ਦੀ, ਤੋਂ ਸਿੱਟ ਦੇ ਮੁਖੀ ਸਨ, ਉਹਨਾਂ ਨੇ ਉੱਥੇ ਬੁਲਾ ਕੇ ਸਿੱਟ ਦੇ ਮੁਖੀ ਨੂੰ ਬੁਲਾਇਆ ਤਾਂ ਉਹਨਾਂ ਨੇ ਬੜੀਆਂ ਗੱਲਾਂ ਉੱਥੇ ਕਹੀਆਂ ਨੇ। ਜਿਵੇਂ ਭਾਈ ਰੁਪਿੰਦਰ ਸਿੰਘ, ਜਸਵਿੰਦਰ ਸਿੰਘ ਬਾਰੇ ਤੁਸੀਂ ਆਪ ਜੀ ਨੇ ਜ਼ਿਕਰ ਸੁਣ ਲਿਆ ਹੈ। ਉੱਥੇ ਇੱਕ ਨਾ ਗੱਲਾਂ ਤਾਂ ਹੋ ਗਈਆਂ, ਤੁਹਾਡਾ ਨਾਮ ਆ ਰਿਹਾ, ਉਦੋਂ ਭਾਈ ਰੂਪਾ ਨਾਰਕੋ ਟੈਸਟ ਕਰਾਉਣ ਤੋਂ ਮੁੱਕਰ ਗਏ। ਹਾਂ, ਮੇਰਾ ਜ਼ਿਕਰ ਕੀਤਾ, ਮੈਂ ਉਹੀ ਤੁਹਾਨੂੰ ਦੱਸਣਾ ਚਾਹਣਾ। ਮੈਨੂੰ ਪਤਾ ਨਹੀਂ ਸੀ ਇਸ ਗੱਲ ਬਾਰੇ। ਪਹਿਲੀ ਗੱਲ ਤਾਂ ਉਹਨਾਂ ਨੂੰ ਜਦੋਂ ਮੀਡੀਆ ਨੇ ਆ ਕੇ ਬਾਹਰ ਪੁੱਛਿਆ ਵੀ ਤੁਸੀਂ ਉੱਥੇ ਨਾਂ ਲਏ ਆ ਕੁਝ, ਉਹ ਮੁੱਕਰ ਗਏ, ਮੈਂ ਲਏ ਨਹੀਂ। ਫਿਰ ਉਹਨਾਂ ਕਿਹਾ ਮੈਂ ਅੰਦਰ ਸੀ ਲਏ ਆ ਤੁਸੀਂ, ਉਹ ਕਹਿੰਦਾ ਯਾਰ ਅੰਦਰਲੀ ਗੱਲ ਅੰਦਰ ਰੱਖੋ, ਬਾਹਰਲੀ ਗੱਲ ਬਾਹਰ ਰੱਖੋ। ਪਹਿਲਾਂ ਤਾਂ ਇੱਥੇ ਹੀ ਮੁੱਕਰ ਗਿਆ ਕਿ ਐਡੀ ਵੱਡੀ ਪਦਵੀ ਤੇ ਹੋਣ ਦੇ ਬਾਵਜੂਦ। ਦੂਸਰੇ ਨੰਬਰ ਤੇ ਉਹਨੇ ਜਦੋਂ ਪਹਿਲਾਂ ਇਹਨਾਂ ਦਾ ਜ਼ਿਕਰ ਕਰਕੇ ਉਦੋਂ ਬਾਅਦ ਪੁੱਛਿਆ, ਉਹਨਾਂ ਕਿਹਾ ਤੁਸੀਂ ਇੱਕ ਨਾਂ ਹੋਰ ਲਿਆ ਬਾਬਾ ਚਮਕੌਰ ਸਿੰਘ ਭਾਈ ਰੂਪਾ ਦਾ। ਤਾਂ ਮੈਨੂੰ ਵੀ ਪਤਾ ਲੱਗਾ, ਮੈਂ ਅਗਲੇ ਦਿਨ ਤੱਕ ਵੇਟ ਕੀਤੀ, ਕੱਲ ਤੱਕ ਕਿ ਉਹ ਜਿਹੜੀ ਅੰਦਰ ਬੋਲ ਕੇ ਆਇਆ ਤਾਂ ਮੈਨੂੰ ਮਿਲ ਜਾਏ। ਕੱਲ ਮੈਂ ਉਹ ਸੁਣੀ ਹੈ ਸਾਰੀ ਗੱਲਬਾਤ। ਦੇਖੋ, ਦੋ ਜਣਿਆਂ ਦੀ ਉਹ ਗੱਲ ਹੋਈ ਸੀਗੀ, ਇੱਕ ਆਡੀਓ ਸੀਗੀ ਜਿੱਦਣ ਮੰਨ ਕੇ ਬੇਅਦਬੀ ਹੁੰਦੀ ਆ। ਜਿਵੇਂ ਮੈਂ ਉਹਨੂੰ ਸਿੰਘ ਨੂੰ ਕਹਿ ਰਿਹਾ, ਜਸਵਿੰਦਰ ਸਿੰਘ ਸਾਹੋਕੇ ਨੂੰ, ਵੀ ਉਹਨੇ ਮੈਨੂੰ ਫੋਨ ਕਰਿਆ, ਮੈਂ ਫੋਨ ਨਾ ਚੱਕਿਆ। ਤੇ ਉਹਨੇ ਜਦੋਂ ਫੋਨ ਚੱਕਿਆ ਮੈਨੂੰ ਕਹਿੰਦਾ ਤੁਸੀਂ ਫੋਨ ਨਹੀਂ ਚੱਕਦੇ। ਮੈਂ ਕਿਹਾ ਮੈਂ ਨਿਤਨੇਮ ਕਰ ਰਿਹਾ ਸਵੇਰੇ ਸਵੇਰੇ। ਉਹ ਕਹਿੰਦੇ ਵੀ ਤੁਹਾਨੂੰ ਪਤਾ ਉੱਥੇ ਬੇਅਦਬੀ ਹੋ ਗਈ। ਮੰਨ ਕੇ ਮੈਂ ਕਿਹਾ ਵੀ ਬਹੁਤ ਮਾੜੀ ਗੱਲ ਹੋਈ।
ਇੱਕ ਗੱਲ। ਦੂਜੇ ਨੰਬਰ ਤੇ ਮੈਂ ਉਹਨੂੰ ਇੱਕ ਮੋੜ ਕੇ ਗੱਲ, ਜਿਵੇਂ ਆਪਾਂ ਆਮ ਤਰੀਕੇ 'ਚ ਬੈਠੇ ਹੋਈਏ, ਮੈਂ ਕਹਿ ਦਿੱਤੀ ਵੀ ਉਹ ਸਰੂਪ ਕਿਹੜਾ ਸੀ। ਉਹਨਾਂ ਨੇ ਕਿਤੇ ਹਾਸੇ ਮਜ਼ਾਕ ਨਾਲ ਕਹਿਤਾ, ਕਹਿੰਦੇ ਯਾਰ ਤੁਸੀਂ ਆਪ ਦੇਖ ਲਓ, ਤੁਸੀਂ ਆ ਜਾਂਦੇ, ਇਹ ਕਿਹੜਾ ਮੈਨੂੰ ਕੀ ਪਤਾ ਹੈਗਾ ਕਿੱਥੋਂ ਆਇਆ ਕਿਵੇਂ ਆਇਆ। ਉਸ ਗੱਲ ਨੂੰ ਇਹਨਾਂ ਨੇ ਇਸ਼ੂ ਬਣਾ ਕੇ ਇੱਕ ਦਬੜੀ ਖਾਨੇ ਪਿੰਡ ਦਾ ਬੰਦਾ, ਉਹਦੇ ਤੋਂ ਮੇਰੇ ਵਿਰੁੱਧ ਦਰਖਾਸਤ ਕਰਾ ਕੇ ਦਿੱਤੀ ਗਈ। ਉਹ ਦਬੜੀ ਖਾਨੇ ਵਾਲਾ ਬੰਦਾ ਆਇਆ ਸਾਡੇ ਕੋਲ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਪੈਸੇ ਲਏ ਆ, ਉਹਦੇ ਵਿੱਚੋਂ ਅੱਧ ਮੈਨੂੰ ਦੇ ਦਿਓ ਤੇ ਮੈਂ ਇਹ ਵਾਪਸ ਮੋੜ ਲਾਂਗਾ। ਦਬੜੀ ਖਾਨੇ ਸਾਡੀ ਰਿਸ਼ਤੇਦਾਰੀ ਹੈ, ਮੈਂ ਉੱਥੋਂ ਦੀ ਪੰਚਾਇਤ ਉਹਦੇ ਘਰ ਭੇਜੀ ਵੀ ਤੇਰੇ ਕੋਲ ਕੋਈ ਸਬੂਤ ਹੈ, ਕੋਈ ਗੱਲ ਹੈ, ਤੂੰ ਇਸ ਗੱਲ ਨੂੰ ਗਲਤ ਨਾ ਕਰ। ਉਹ ਇਸ ਗੱਲ ਤੋਂ ਭੱਜ ਗਏ ਸਾਰੇ। ਇਹ ਉਦੋਂ ਬਾਅਦ ਇਹਨਾਂ ਨੇ ਨਾਰਕੋ ਟੈਸਟ ਦੀ ਗੱਲ ਜਿਹੜੀ ਤੁਸੀਂ ਕਰਦੇ ਹੋ, ਇਹਨਾਂ ਨੇ ਪਾਈ ਉੱਥੇ। ਭਾਈ ਜਸਵਿੰਦਰ ਸਿੰਘ ਸਾਹੋ ਕੇ ਮੇਰੇ ਪਾਰਟਨਰ ਮੇਰੇ ਨਾਲ ਹੀ ਸੀ ਨਾ, ਅਸੀਂ ਦੋਨਾਂ ਦੀ ਗੱਲ ਸੀਗੀ, ਤਾਂ ਉਹ ਦਿੱਲੀ ਜਾ ਕੇ ਕਰਾ ਕੇ ਆਏ ਆ। ਜਦੋਂ ਸਾਡੇ ਚੋਂ ਇੱਕ ਜਣਾ ਕਰਾਈ ਆਇਆ, ਸੱਚ ਝੂਠ ਤਾਂ ਇੱਕ ਤੋਂ ਵੀ ਲੱਭ ਹੀ ਜਾਣਾ ਨਾ। ਮਨਾ ਨਹੀਂ ਕੀਤਾ? ਮੈਂ ਕੀਤਾ, ਮੈਂ ਪਹਿਲਾਂ ਮੈਂ ਮਨਾ ਕੀਤਾ, ਦੂਸਰੀ ਵਾਰ ਅਸੀਂ ਇਹਦੇ ਵਿੱਚ ਇਹਨਾਂ ਨਾਲ ਐਗਰੀ ਹੋਏ ਵੀ ਅਸੀਂ ਕਰਾਵਾਂਗੇ। ਜਸਵਿੰਦਰ ਸਿੰਘ ਜਾ ਰਿਹਾ, ਇਹਨੂੰ ਕਰਾਉਣ ਦੇ ਮੈਂ ਵੀ ਕਰਾ ਦਾਂਗਾ, ਹੋਰ ਕੋਈ ਦੂਜੀ ਗੱਲ ਨਹੀਂ ਹੋਈ। ਇੱਕ ਨੰਬਰ। ਸੈਕੰਡ ਨੰਬਰ ਦੇ ਉੱਤੇ ਉਸ ਵੇਲੇ ਦੇ ਹਾਲਾਤਾਂ ਵਿੱਚ ਪੰਜਾਬ ਪੁਲਿਸ ਸਾਨੂੰ ਜਮਾਂ ਹੀ ਜਵਾਬ, ਇੱਕ ਵਾਰੀ ਵੀ ਜਵਾਬ ਦੇ ਦੇ ਆ ਕੇ ਵੀ ਇਹਨਾਂ ਨੇ ਕੀ ਕੀ ਕੁਛ ਕੀਤਾ। ਮੈਨੂੰ ਆਪ ਨੂੰ CI ਸਟਾਫ ਲੈ ਕੇ ਗਏ, ਉੱਥੇ ਕੁੱਟਮਾਰ ਕੀਤੀ। ਫਾਜ਼ਿਲਕਾ CI ਲੈ ਕੇ ਗਏ, CI ਦੇ ਇੰਚਾਰਜ ਸਾਰੇ ਉਹਨਾਂ ਵੇਲਿਆਂ ਦੇ 4-5 ਇੰਚਾਰਜ ਖਟੜਾ ਸਾਹਿਬ ਦੀ ਅਗਵਾਈ 'ਚ, ਦਰਸ਼ਨ ਸਿੰਘ ਮਾਨ ਫਰੀਦਕੋਟ ਜਿਹੜਾ ਉਸ ਤੋਂ ਬਾਅਦ ਜਦੋਂ ਮੈਨੂੰ ਚੱਕਿਆ ਉਦੋਂ ਦਾ ਉਹ ਸੀਗਾ, ਸਾਰੀ ਰਾਤ ਟੌਰਚਰ ਕੀਤਾ, ਸਵੇਰੇ ਟੌਰਚਰ ਕੀਤਾ, 2 ਵਜੇ ਤੱਕ ਜਥੇਬੰਦੀਆਂ ਨੇ ਰੌਲਾ ਪਾ ਕੇ ਉਹਨਾਂ ਨੇ ਛਡਵਾਇਆ। ਫਿਰ 6 ਜੂਨ ਆਈ, 6 ਜੂਨ ਨੂੰ ਪੁਲਿਸ ਨੇ ਮੈਨੂੰ ਚੱਕਿਆ, 4 ਜੂਨ ਨੂੰ ਕਿ ਤੁਸੀਂ ਤਖ਼ਤ ਸਾਹਿਬ ਤੇ ਨਾ ਜਾਓ। ਸਾਰੇ ਬੰਦਿਆਂ ਨੂੰ ਚੱਕ ਕੇ ਜੇਲ੍ਹਾਂ 'ਚ ਭੇਜਿਆ ਗਿਆ, ਪਰ ਇੱਕ ਇਕੱਲਾ ਮੈਂ ਸੀ ਜਿਹਨੂੰ ਜੇਲ੍ਹ ਨਹੀਂ ਭੇਜਿਆ ਗਿਆ। ਰਾਤ ਨੂੰ ਮੇਰੇ ਕੋਲ ਇਹਨਾਂ ਦੇ DSP ਰੈਂਕ ਦਾ ਇੱਕ ਬੰਦਾ ਆਉਂਦਾ, ਉਹ ਮੈਨੂੰ ਲਾਲਚ ਦਿੰਦਾ ਵੀ ਤੁਸੀਂ ਜੀ ਇਹ ਕਬੂਲ ਕਰ ਲਓ, ਇਹਨਾਂ ਜਿਹੜੇ ਬੰਦਿਆਂ ਦੀਆਂ ਗੱਲਾਂ ਚੱਲ ਰਹੀਆਂ ਇਹਨਾਂ ਨੂੰ ਕਬੂਲ ਕਰੋ, ਤੁਹਾਨੂੰ 1 ਕਰੋੜ ਰੁਪਈਆ ਮੈਂ ਸੁਖਵੀਰ ਸਿੰਘ ਕੋਲੋਂ ਲੈ ਕੇ ਦਿੰਦਾ ਤੇ 10 ਲੱਖ ਰੁਪਈਆ CBI ਤੋਂ ਲੈ ਕੇ ਦਿੰਦਾ। ਉਹ ਅਫਸਰ ਦੀ ਵਾਰਡਿੰਗ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿਣਾ। ਉਹ ਕਹਿੰਦਾ 10 ਲੱਖ ਰੁਪਈਆ ਮੈਂ ਆਪਦੀ ਜੇਬ 'ਚੋਂ ਵੀ ਦੇਣ ਜੋਗਾ ਹੈਗਾ, ਮੈਂ ਵੀ ਦੇ ਦਾਂਗਾ। ਗੁਰਜੀਤ ਸਿੰਘ ਰਮਾਣਾ DSP ਰੈਂਕ, ਉਹਨੇ ਮੈਨੂੰ ਆਪ ਖੁਦ ਕਹੀ ਹੈ ਇਹ ਗੱਲ। ਫਿਰ ਇੱਕ ਹੋਰ ਗੱਲ ਕਹਾਂ, ਉਹਨੇ ਰਾਤ ਨੂੰ ਥਾਣੇ ਵਿੱਚ ਇੱਕ ਪਿਸਟਲ ਚੱਕ ਕੇ, ਪ੍ਰਾਈਵੇਟ ਦਾ ਪਿਸਟਲ ਚੱਕਿਆ ਉਹਨੇ। ਉਹ ਪਿਸਟਲ ਚੱਕ ਕੇ ਆਪਦੇ ਨਾਲ ਦੇ ਜਿਹੜੇ ਸੀ ਗਨਮੈਨ, ਉਹਨੂੰ ਕਹਿੰਦਾ ਉਹ ਮੁੰਡਿਓ ਆ ਕਿਵੇਂ ਰੱਖਿਆ ਇੱਥੇ, ਕਿਤੇ ਬਾਬੇ ਤੇ ਤਾਂ ਨਹੀਂ ਪਾਉਣ ਲੱਗੇ। ਰਾਤ ਨੂੰ ਇਦਾਂ ਦੀਆਂ ਧਮਕੀਆਂ। ਉਹਦਾ ਏਰੀਆ ਨਹੀਂ ਸੀਗਾ, ਉਹ ਸੀ DSP ਫੂਲ ਤੇ ਮੇਰੇ ਨਾਲ ਗੱਲ ਕਰ ਰਿਹਾ ਸੀ ਥਾਣੇ ਬਾਘੇ ਪੁਰਾਣੇ ਆ ਕੇ। ਉਹ ਸਾਰੀਆਂ ਗੱਲਾਂ ਹੋਣ ਤੋਂ ਬਾਵਜੂਦ ਇਹ ਆਪ ਹੀ ਖਟੜਾ ਸਾਹਿਬ, ਚਲੋ ਮੈਂ ਕੋਈ ਜਿਹੜੇ ਹੈਗੇ ਸੱਭਿਆ ਤੋਂ ਬਿਨਾਂ ਸ਼ਬਦ ਜਿਹੜੇ ਸੱਭਿਅਕ ਵਰਤਾਂਗਾ। ਸਾਹਿਬ ਕਹਿੰਦੇ ਨੇ ਚਮਕੌਰ ਸਿੰਘ ਤੇ ਜਸਵਿੰਦਰ ਸਿੰਘ ਆਪਸ ਵਿੱਚ ਗੱਲ ਕਰਨ ਮੌਕੇ ਖਚਰੀ ਹਾਸੀ ਮੈਂ ਕਿਹਾ ਇਸ ਗੱਲ ਨੂੰ ਮੰਨਦੇ ਆ, ਪਰ ਉਹਦੇ ਵਿੱਚ ਕੀ ਰੀਜਨ ਸੀਗਾ? ਇਹਨਾਂ ਨੇ ਉਸੇ ਰੀਜਨ ਤੇ ਇਹਨਾਂ ਨੇ ਇੱਕੋ ਗੱਲ ਕਹੀ ਆ ਨਾ ਕਿ ਅਸੀਂ ਇਹਨਾਂ ਮਗਰ ਸਾਲ 1.5 ਸਾਲ ਫਿਰਦੇ ਰਹੇ, ਤਾਂ ਕਰਕੇ ਅਸੀਂ ਇਨਵੈਸਟੀਗੇਸ਼ਨ ਨਾਲ ਲੇਟ ਹੋ ਗਈ। ਉਹ ਸਿੱਧੀ ਕਹਿਣ ਵੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਬਾਦਲਾਂ ਨੇ ਸਾਨੂੰ ਕਰਨ ਨਹੀਂ ਦਿੱਤੀ। ਤੁਸੀਂ ਇੱਕ ਗੱਲ ਦੇਖੋ, ਜਦੋਂ 2015 ਤੋਂ ਬੇਅਦਬੀ ਹੁੰਦੀ ਆ, 17 ਤੱਕ ਸਰਕਾਰ ਰਹਿੰਦੀ ਆ, 17 ਤੱਕ ਇੱਕ ਪ੍ਰੇਮੀ ਫੜਿਆ, ਇੱਕ ਤੇ ਕੇਸ ਕੀਤਾ ਇਹਨਾਂ ਨੇ, ਇੱਕ ਦੀ ਕੁੱਟਮਾਰ ਕੀਤੀ ਨਹੀਂ ਕੀਤੀ। ਉਸ ਤੋਂ ਬਾਅਦ ਜਦੋਂ ਕੈਪਟਨ ਸਰਕਾਰ ਆਈ, ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਜਿਸ ਵੇਲੇ ਕੈਪਟਨ ਸਰਕਾਰ ਆਈ ਆ, ਇਹਨਾਂ ਨੇ ਮੇਰੇ ਉਹ ਮਹੀਨਾ ਨਹੀਂ ਯਾਦ ਹੈਗਾ, ਜਿਹੜਾ ਇਹਨਾਂ ਨੇ 8 ਤਰੀਕ ਨੂੰ ਕੈਪਟਨ ਸਾਹਿਬ ਨੇ ਮੀਟਿੰਗ ਬੁਲਾਈ ਇਹਨਾਂ ਜਿਹੜੇ ਸੈੱਟ ਦੇ ਮੈਂਬਰਾਂ ਨਾਲ, ਤੇ 14 ਤਰੀਕ ਨੂੰ ਹੀ ਬੰਦੇ ਆ ਗਏ, ਸਾਰੇ ਪ੍ਰੇਮੀ ਫੜ ਕੇ ਆ ਗਏ। ਕੀ 6 ਦਿਨਾਂ ਵਿੱਚ ਇਹਨਾਂ ਨੇ 2 ਸਾਲਾਂ 'ਚ ਫੜ ਨਹੀਂ ਹੋਏ? 8 ਜੂਨ 2018 ਦੀ ਮੀਟਿੰਗ ਸੀ, ਹਾਂ, ਤੇ 14 ਨੂੰ ਫੜੇ ਗਏ ਆ, ਠੀਕ ਹੈ ਨਾ ਜੀ। 6 ਦਿਨਾਂ ਵਿੱਚ ਇਹਨਾਂ ਕੋਲੇ ਬੰਦੇ ਆ ਗਏ ਆ ਸਾਰੇ ਦੇ ਸਾਰੇ। ਇਹਦਾ ਮਤਲਬ ਇਹ ਹੈ ਵੀ ਇਹਨਾਂ ਦੀ ਕਿਤੇ ਨਾ ਕਿਤੇ ਅਫਸਰਾਂ ਦੀ ਬੇਈਮਾਨੀ ਸੀ। ਲਾਸਟ ਤੇ ਕੀ ਕਹਿਣਾ ਚਾਹੁੰਦੇ ਹੋ? ਮੈਂ ਇਹੋ ਕਹਿਣਾ ਚਾਹੁੰਦਾ ਵੀ ਜਿਹੜੀਆਂ ਗੱਲਾਂ 'ਚੋਂ ਕੁਝ ਨਿਕਲਣਾ ਨਹੀਂ, ਜਿਹੜੀ ਜਾਂਚ ਚੱਲ ਰਹੀ ਹੈ ਉਹਨੂੰ ਚੰਗੀ ਤਰ੍ਹਾਂ ਤਰੀਕੇ ਨਾਲ ਚਲਾ ਕੇ ਇਹਨੂੰ ਨੇੜੇ ਲਾਓ, ਉਲਝਾਓ ਨਾ ਕੰਮ ਨੂੰ। ਹੁਣ ਇਹ ਜਿਹੜਾ ਮੌਕੇ ਦਾ ਟਾਈਮ ਆ ਉਹ 95A ਦਾ ਹੈ ਨਾ। ਬੇਅਦਬੀ ਕਾਂਡ ਦੇ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ ਸੇਵਾ ਮੁਕਤ DIG। ਅੱਜ ਕੱਲ੍ਹ ਉਹ ਸੇਵਾ ਮੁਕਤ ਨੇ, ਉਸ ਵੇਲੇ DIG ਸਨ ਰਣਬੀਰ ਸਿੰਘ ਖੱਟੜਾ। ਉਹਨਾਂ ਨੇ ਪਿਛਲੇ ਦਿਨੀ ਅਕਾਲ ਤਖਤ ਦੇ ਜਥੇਦਾਰ ਵੱਲੋਂ ਜਿਹੜੀ ਸੱਦੀ ਗਈ ਸੀ ਮੀਟਿੰਗ ਪੰਥਕ ਜਥੇਬੰਦੀਆਂ ਦੀ, ਸਿੱਖ ਸੰਸਥਾਵਾਂ ਦੀ, ਉਸ ਮੀਟਿੰਗ ਦੇ ਵਿੱਚ ਦੋਸ਼ ਲਾਏ ਸਨ ਕਿ ਜਸਵਿੰਦਰ ਸਿੰਘ ਤੇ ਰੁਪਿੰਦਰ ਸਿੰਘ ਪੰਜਗਰਾਈ
ਹੁਣ ਰੁਪਿੰਦਰ ਸਿੰਘ ਨੇ ਆਪਣੇ ਦੋਸ਼ਾਂ ਦਾ ਕੰਡੈਮ ਕਰਦਿਆਂ, ਖੰਡਨ ਕਰਦਿਆਂ ਕੁਝ ਸਵਾਲ ਰਣਬੀਰ ਸਿੰਘ ਖੱਟੜਾ ਨੂੰ ਕੀਤੇ ਨੇ। ਉਹਨਾਂ ਨੇ ਚਮਕੌਰ ਸਿੰਘ ਭਾਈ ਰੂਪਾ ਤੇ ਦੋਸ਼ ਲਾਏ ਸਨ, ਤਾਂ ਚਮਕੌਰ ਸਿੰਘ ਭਾਈ ਰੂਪਾ ਨੇ ਵੀ ਉਲਟਾ ਉਹਨਾਂ ਨੂੰ ਕਟਹਿਰੇ ਵਿੱਚ ਖੜਾ ਕਰ ਦਿੱਤਾ ਹੈ। ਹੁਣ ਦੇਖਣਾ ਹੋਵੇਗਾ ਰਣਬੀਰ ਸਿੰਘ ਖੱਟੜਾ ਇਹਨਾਂ ਗੱਲਾਂ ਦਾ ਜਵਾਬ ਦੇ ਪਾਉਂਦੇ ਨੇ ਕਿ ਨਹੀਂ। ਇਹ ਉਹੀ ਬੱਤੀਆਂ ਵਾਲਾ ਚੌਂਕ ਹੈ ਜਿੱਥੇ 14 ਅਕਤੂਬਰ 2015 ਵਾਲੇ ਦਿਨ ਤੜਕਸਾਰ ਸਵੇਰ 6 ਵਜੇ ਸ਼ਾਂਤਮਈ ਧਰਨੇ ਤੇ ਬੈਠੀਆਂ ਨਾਮ ਸਿਮਰਨ ਕਰਦੀਆਂ ਸੰਗਤਾਂ ਉੱਪਰ ਪੁਲਸੀਆ ਅਤਿਆਚਾਰ ਢਾਇਆ ਗਿਆ ਸੀ। ਰੁਪਿੰਦਰ ਸਿੰਘ ਨੇ ਇੱਕ ਗੱਲ ਬੜੀ ਵਧੀਆ ਕੀਤੀ ਹੈ, ਉਹ ਕਹਿੰਦੇ 4 ਚਫੇਰੇ ਸੀਸੀਟੀਵੀ ਕੈਮਰੇ ਲੱਗੇ ਨੇ, ਸੀਸੀਟੀਵੀ ਕੈਮਰਿਆਂ ਦੀ ਸਾਰੀ ਫੁਟੇਜ ਪੁਲਿਸ ਕੋਲ ਮੌਜੂਦ ਹੈ ਤੇ ਡੀਆਈਜੀ ਰਣਬੀਰ ਸਿੰਘ ਖੱਟੜਾ ਕੋਲ ਵੀ ਪਹੁੰਚ ਚੁੱਕੀ ਹੈ। ਉਸ ਦੇ ਬਾਵਜੂਦ ਵੀ ਰਣਬੀਰ ਸਿੰਘ ਖੱਟੜਾ ਝੂਠ ਕਿਉਂ ਬੋਲ ਰਹੇ ਨੇ, ਕੁਫਰ ਕਿਉਂ ਤੋੜ ਰਹੇ ਨੇ। ਕੋਟਕਪੂਰਾ ਤੋਂ ਕੈਮਰਾਮੈਨ ਗੁਰਦੀਪ ਸਿੰਘ ਗੋਲਡਨ ਦੇ ਨਾਲ ਗੁਰਿੰਦਰ ਸਿੰਘ।